अम्यो रसन बदन बारदात, अलख अपार गुर सूर, शब्द हौमै निवार्यो, पंचाहर निदल्यो, सुन सहज निज घर सहारियो, हर नाम लाग जग उधरियो, सतगुर हृदय बसायो, गुर अर्जन कल्य उचरै, तैं जन कह कलश दीपायो, गुर अर्जन कल्य उचरै, तैं जन कह कलश दीपायो। निमाणिया नूं माण, बेसमझा नूं समझ, सूझ-बूझ अंधकार डार्कनैस, मन दे हनेरे नूं दूर कर, निरंकार परवतगार परमेश्वर नाल मिलाउण वाले, सांझे राहबर मनुखता दा भला करन वाले। धन धन साहिब श्री गुरु ग्रंथ साहिब महाराज, जिवें पौ फुट्टी किरणां निकलदियां ने सूरज दियां, सारी मनुखता नूं किरणां सूरज दियां बराबर दा चानणा दिंदियां ने। जैनी, पारसी, बोधी, सिख, ईसाई कोई भी होवे, सारियां नूं सूरज दियां किरणां बराबर दा ही चानणा दिंदियां ने। धन गुरु ग्रंथ साहिब महाराज दी शरण विच कोई भी आवे, किसी धर्म दे नाल संबंधित कोई भी किसी धर्म का भी आउंदा है, पातशाह उसनूं अंधकार विचों कढ़ के निरंकार दा मार्ग दिखाउंदे ने। सतगुरु गुरु ग्रंथ साहिब महाराज जी उसनूं सोझी कराउंदे ने। आओ जिथे असीं तन करके गुरु ग्रंथ साहिब महाराज दे पावन हजूरी विच हाँ, उत्थे मन दा भी टिका बनाईए। करिए रसना नूं सफला, कोई रसना वांझी ना रह जावे। आखो सतनाम श्री, सतनाम श्री। ये जो सवैया भाट्य काल्य सहार दे मुख तो उचारण होया, सत्कारयोग गुरु के कीर्तनीय भाई साहब भाई हरजीत सिंह जी अपने साथियां सहित, जो नाल सेवा भाई जरनैल सिंह जी निभा रहे सन, तबले ते भाई जीवन सिंह जी, तिन्ने ही बड़े प्यार विच भिज के इस सवैये नूं गा रहे सन। ते जिहड़ा इन्हां ने सवैया सानू गा के सुनाया है, इस सवैये दे विच धन गुरु अर्जन साहिब महाराज दी सिफत भट्ट काल्या सहार किवें कर रहे ने, आपां विचारीए। भट्ट काल्या सहार कहिंदे ने धन गुरु अर्जन साहिब महाराज, अमृत रसना। रसना कहिंदे आ जिहदे नाल असीं बोल रहे हैं। जे ये बहस करती है, माड़े बोल बोलती है, तो फिर इसनों जिब कह देंगे ने, फलाने की जिब बड़ी चलती है। आम ही कहावत है। ये फिर जेबा बन जाती है। पर जदों ये रसना परमात्मा के गुणां नूं गावे, सा रसना धन धन है मेरी जिंदड़िए, गुण गावे हर प्रभ केरे राम। ये रसना धनता दे जोग बन जाती है जदों परमात्मा दे नाम का रस लेंदी है।
ਇਹ ਜਦੋਂ ਹੋਰ ਦੁਨਿਆਵੀ, ਜਦੋਂ ਕੋਈ ਵੀ ਇਸ ਦੇ ਉੱਪਰ ਦੇਖੋ, ਸਾਡੀ ਬੋਡੀ ਦੀ ਸਕਿਨ ਹੈ, ਕੋਈ ਵੀ ਪਦਾਰਥ ਇਸ ਦੇ ਉੱਤੇ ਰੱਖ ਦਈਏ, ਕੋਈ ਨਹੀਂ ਪਤਾ ਵੀ ਖੱਟਾ ਹੈ, ਮਿੱਠਾ ਹੈ, ਕਸੈਲਾ ਹੈ, ਇਹ ਕਿਸ ਤਰ੍ਹਾਂ ਦਾ ਇਹਦਾ ਟੇਸਟ ਹੈ। ਪਰ ਜਦੋਂ ਅਸੀਂ ਰਸਨਾ ਤੇ ਰੱਖਦੇ ਹਾਂ, ਉਹ ਕਸੈਲਾ ਹੈ, ਉਹ ਖੱਟਾ ਹੈ, ਮਿੱਠਾ ਹੈ, ਕੁੜੱਤਣ ਵਾਲਾ ਹੈ, ਉਸੇ ਵੇਲੇ ਸਾਰਾ ਕੁਝ ਦੱਸ ਦਿੰਦੀ ਹੈ ਟੇਸਟ। ਇਹ ਰਸਨਾ ਜਿਹੜੀ ਆ, ਜਦੋਂ ਪ੍ਰਮਾਤਮਾ ਦੇ ਨਾਮ ਦਾ ਰਸ ਲੈਂਦੀ ਹੈ ਨਾ, ਪ੍ਰਮਾਤਮਾ ਦਾ ਨਾਮ ਦਾ ਜਿਹੜਾ ਰਸ ਹੈ, ਉਹ ਜਦੋਂ ਅੰਦਰ ਚਲੇ ਜਾਂਦਾ ਹੈ ਤੇ ਫਿਰ ਜੀਵਨ ਜਿਹੜਾ ਹੈ ਉਹ ਤਬਦੀਲ ਹੋ ਜਾਂਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਅੰਮਿਓ, ਅੰਮਿਓ ਦਾ ਅਰਥ ਕਰਾਂਗੇ ਅੰਮ੍ਰਿਤ। ਅੰਮ੍ਰਿਤ ਤੋਂ ਭਾਵ ਹੈ ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਜਿਹੜਾ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਹੈ, ਇਹ ਨਾਮ ਜਲ ਹੈ। ਜਲ ਜਦੋਂ ਬ੍ਰਿਸ਼ਾਂ ਨੂੰ, ਬਨਸਪਤੀ ਨੂੰ ਪੈਂਦਾ ਹੈ, ਵਰਖਾ ਹੁੰਦੀ ਹੈ ਮੀਂਹ ਦੀ, ਤੇ ਉਹ ਬਨਸਪਤੀ ਜਿਹੜੀ ਮੌਲ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ, ਉਹਦਾ ਜਿਹੜਾ ਸੁੱਕਾਪਨ ਹੈ ਮੁੱਕ ਜਾਂਦਾ ਹੈ, ਖੜਾਵ ਦੇ ਵਿਕਾਸ ਵਿੱਚ ਆ ਜਾਂਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੀ ਰਸਨਾ ਪ੍ਰਮਾਤਮਾ ਦੇ ਨਾਮ ਨੂੰ ਜਪਦੀ ਹੈ, ਉਹ ਜਿਹੜਾ ਹਿਰਦਾ ਘਰ ਹੈ ਉਹ ਮੌਲ ਜਾਂਦਾ ਹੈ, ਖਿੜ ਜਾਂਦਾ ਹੈ, ਵਿਕਾਸ ਵਿੱਚ ਆ ਜਾਂਦਾ ਹੈ। ਅੰਮਿਓ ਅੰਮ੍ਰਿਤ। ਅੰਮ੍ਰਿਤ ਤੋਂ ਭਾਵ ਹੈ ਆਤਮਕ ਜੀਵਨ ਦੇਣ ਵਾਲਾ ਨਾਮ। ਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਮਾਤਮਾ ਦਾ ਆਪਣੇ ਹਿਰਦੇ ਅੰਦਰ ਵਸਾਇਆ ਹੈ, ਉਹ ਤਤੀ ਤਵੀ ਤੇ ਵੀ ਹੁਣੇ ਭਾਈ ਸਾਹਿਬ, ਭਾਈ ਗੁਰਚਰਨ ਸਿੰਘ ਜੀ ਗਿਆਨੀ ਜੀ ਸਾਨੂੰ ਦੱਸ ਰਹੇ ਸਨ ਕਿ ਉਹ ਜਿਹੜਾ ਨਾਮ ਜਿਹੜਾ ਹੈ ਨਾ, ਉਹ ਤਤੀ ਤਵੀ ਤੇ ਵੀ ਬੈਠ ਕੇ ਖੜਾਵ ਵਿੱਚ ਹੈ। ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪ੍ਰਮਾਤਮਾ ਦਾ ਨਾਮ ਹੈ ਨਾ, ਉਹਨਾਂ ਨੂੰ ਤਤੀ ਤਵੀ ਨਹੀਂ ਕੁਝ ਆਖਦੀ, ਤੱਤਾ ਰੇਤਾ ਕੁਝ ਨਹੀਂ ਕਹਿ ਰਿਹਾ, ਕਿਉਂਕਿ ਉਹ ਵਿਕਾਸ, ਉਹ ਖਿੜਾਵ ਸਦਾ ਹੀ ਬਣਿਆ ਹੋਇਆ ਹੈ। ਤਾਂ ਹੀ ਤਾਂ ਭੱਟ ਕਾਲਿਆ ਸਹਾਰ ਨੇ ਕਿਹਾ ਅੰਮਿਓ ਰਸਨਾ ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ ਜਲ। ਦਾਤਾ ਜੀ ਤੁਹਾਡੀ ਰਸਨਾ ਦੇ ਉੱਤੇ ਹੈ ਪ੍ਰਮਾਤਮਾ ਦਾ ਨਾਮ। ਅੱਗੇ ਆਇਆ ਬਦਨ ਬਰਦਾਤ। ਮੈਂ ਜਿਵੇਂ ਜਿਵੇਂ ਇਸ ਸਵਈਏ ਨੂੰ ਵਿਸ਼ਰਾਮ ਲਾ ਕੇ ਪੜ੍ਹ ਰਿਹਾ ਨਾ, ਜੇ ਸਮਾਂ ਮਿਲੇ ਤੇ ਘਰ ਜਾ ਕੇ ਪੜ੍ਹਿਓ। ਕਈ ਵਾਰੀ ਇਹ ਸਵਈਏ ਅਸੀਂ ਪੜ੍ਹਦੇ ਹਾਂ ਨਾ, ਵਿਸ਼ਰਾਮ ਅੱਗੇ ਪਿੱਛੇ ਲਾਉਣ ਦੇ ਨਾਲ ਸਾਡੇ ਕੋਲੋਂ ਇਹਦੇ ਅਰਥਾਂ ਦਾ ਸਾਨੂੰ ਸਮਝ ਨਹੀਂ ਆਉਂਦੀ ਵੀ ਕੀ ਗੁਰੂ ਸਾਹਿਬ ਜੀ ਦੇ ਪਰਥਾਏ ਕਹਿ ਦਿੱਤਾ। ਪਹਿਲਾਂ ਮੈਂ ਲਿਆ ਅੰਮਿਓ ਰਸਨਾ, ਰੁਕਿਆ, ਬਦਨ ਬਰਦਾਤ। ਪਹਿਲਾਂ ਰਸਨਾ ਦੀ ਗੱਲ ਕੀਤੀ ਜਾ ਰਹੀ ਹੈ, ਫਿਰ ਬਦਨ, ਬਦਨ ਮੀਨਸ ਮੁਖੜਾ, ਤੇ ਮੁਖੜੇ ਤੋਂ ਬਦਨ ਦੇ ਵਿੱਚ ਸਾਰੀ ਬਾਡੀ ਵੀ ਆ ਜਾਂਦੀ ਹੈ, ਸਟਰਕਚਰ, ਸਰੀਰ। ਇੱਥੇ ਬਦਨ ਦੇ ਅਰਥ ਕਰ ਰਿਹਾ ਹੈ, ਦੱਸ ਰਿਹਾ ਕੱਲ ਸਹਾਰ ਕਹਿੰਦੇ ਨੇ ਬਦਨ ਬਰ। ਤੁਹਾਡੇ ਮੁਖ ਤੋਂ ਜਿਹੜੇ ਬਚਨ ਨਿਕਲ ਰਹੇ ਨੇ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਉਹ ਬਖਸ਼ਾਂ ਦੇ ਨੇ। ਜਿਵੇਂ ਵਾਰਿਸ ਤੇ ਸਰਾਫ ਦੀ ਗੱਲ ਆਉਂਦੀ ਹੈ ਨਾ, ਜੇ ਕੋਈ ਰਿਸ਼ੀ ਮੁਨੀ ਖੁਸ਼ ਹੋ ਜਾਣਾ ਤੇ ਉਹਨੇ ਵਰ ਦੇ ਦੇਣਾ, ਜੇ ਉਹਨੇ ਤੰਗ ਹੋ ਜਾਣਾ ਤੇ ਸਰਾਫ ਦੇ ਦੇਣਾ। ਇੱਥੇ ਨਾ ਵਰ ਦੀ ਗੱਲ ਹੈ ਗੁਰੂ ਘਰ ਵਿੱਚ, ਨਾ ਸਰਾਫ ਦੀ ਗੱਲ ਹੈ। ਨਾ ਵਰ ਦਿੱਤੇ ਜਾਂਦੇ ਨੇ ਤੇ ਨਾ ਸਰਾਫ। ਇੱਥੇ ਬਖਸ਼ਿਸ਼ਾਂ ਦਾ ਮੀਂਹ ਵਰਦਾ ਹੈ, ਬਖਸ਼ਿਸ਼ਾਂ ਹੁੰਦੀਆਂ ਨੇ, ਰਹਿਮਤਾਂ ਹੁੰਦੀਆਂ ਨੇ, ਵਰ ਸਰਾਫ ਦੀ ਕੋਈ ਗੱਲ ਨਹੀਂ ਹੈ। ਇੱਥੇ ਤੇ ਦਾਤੇ ਦੇ ਘਰ ਵਿੱਚ ਬਖਸ਼ਿਸ਼ਾਂ ਹੁੰਦੀਆਂ ਨੇ, ਰਹਿਮਤਾਂ ਹੁੰਦੀਆਂ ਨੇ, ਨਾ ਵਰ ਤੇ ਨਾ ਸਰਾਫ। ਮੇਰੇ ਸਤਿਗੁਰੂ ਜੀ ਦੇ ਪਰਥਾਏ ਕਹਿੰਦੇ ਨੇ ਬਦਨ ਬਰਦਾਤ। ਦਾਤਾ ਜੀ ਤੁਹਾਡੇ ਮੁਖੜੇ ਤੋਂ ਬਖਸ਼ਿਸ਼ਾਂ ਦੀਆਂ ਦਾਤਾਂ ਨੇ, ਮਿਲਦੀਆਂ ਨੇ ਬਖਸ਼ਿਸ਼ਾਂ। ਤੁਸੀਂ ਰਹਿਮਤ ਕਰਦੇ ਹੋ। ਅੰਮ੍ਰਿਓ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਸਕਲ ਸਾਰੇ ਮਲ, ਜਿਹੜੀ ਅੰਦਰ ਦੀ ਮੈਲ ਹੈ ਉਹ ਤੁਸੀਂ ਕੱਢ ਦਿੰਦੇ ਹੋ। ਜਿਵੇਂ ਕੱਪੜਿਆਂ ਨੂੰ ਅਸੀਂ ਮਸ਼ੀਨ 'ਚ ਪਾ ਕੇ ਸਾਰੀ ਮੈਲ ਕੱਢ ਦਿੰਦੇ ਹਾਂ, ਗੁਰੂ ਜੀ ਜਦੋਂ ਤੁਹਾਡੀ ਨਜ਼ਰ ਹੁੰਦੀ ਹੈ, ਗੁਰੂ ਸਾਹਿਬ ਜੀ ਜਦੋਂ ਤੁਸੀਂ ਮਹਿਰਾਮਤ ਕਰਦੇ ਹੋ, ਤੁਸੀਂ ਅੰਦਰ ਦੀ ਮੈਲ ਧੋ ਕੇ ਰੱਖ ਦਿੰਦੇ। ਸਕਲ ਮਲ ਅੰਮਿਓ ਦ੍ਰਿਸ਼ਟ ਸ਼ੁਭ ਕਰੈ।
ਜਦੋਂ ਤੁਸੀਂ ਅੰਮਿਓ ਤੋਂ ਭਾਵ ਹੈ ਅੰਮ੍ਰਿਤ ਦ੍ਰਿਸ਼ਟੀ, ਜਦੋਂ ਤੁਹਾਡੇ ਨੇਤਰਾਂ ਦੇ ਵਿੱਚੋਂ ਅੰਮ੍ਰਿਤ ਦ੍ਰਿਸ਼ਟੀ ਪੈਂਦੀ ਹੈ, ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਹੋ ਤੇ ਸਗਲ ਮਲ, ਮਲ ਮੀਨਸ ਹਿਰਦੇ ਦੀ ਮੈਲ, ਮਨ ਦੀ ਮੈਲ ਧੋ ਕੇ ਰੱਖ ਦਿੰਦੇ ਹੋ, ਮਨ ਦੀ ਮੈਲ ਨੂੰ ਕੱਢ ਦਿੰਦੇ ਹੋ। ਹੁਣ ਕਈ ਵਾਰੀ ਅਸੀਂ ਇਹ ਖਿਆਲ ਕਰਦੇ ਹਾਂ ਕਿ ਮੈਂ ਤੇ ਬੜਾ ਪਾਪੀ ਹਾਂ, ਗੁਨਾਹਗਾਰ ਹਾਂ, ਮੈਨੂੰ ਕਿਹੜਾ ਬਖਸ਼ਿਆ ਜਾਣਾ ਹੈ, ਮੈਂ ਗੁਰਦੁਆਰੇ ਜਾਵਾਂ ਭਾਵੇਂ ਨਾ ਜਾਵਾਂ, ਮੈਂ ਤੇ ਇੰਨੇ ਪਾਪ ਕਰ ਲਏ ਨੇ, ਮੈਂ ਤੇ ਇੰਨੇ ਗੁਨਾਹ ਕੀਤੇ ਨੇ, ਮੈਂ ਤੇ ਬਖਸ਼ਿਆ ਹੀ ਨਹੀਂ ਜਾਣਾ। ਨਹੀਂ, ਕਦੀ ਵੀ ਨਹੀਂ ਇਹ ਗੱਲ ਮਨ ਵਿੱਚ ਸੋਚਣੀ ਚਾਹੀਦੀ। ਜਿਹਨੇ ਗੁਨਾਹ ਨਹੀਂ ਕੀਤੇ, ਜਿਹਨੇ ਪਾਪ ਨਹੀਂ ਕੀਤੇ, ਜਿਹੜਾ ਮਨ ਕਰਕੇ ਮੈਲਾ ਹੀ ਨਹੀਂ ਹੈ, ਮੈਂ ਕਹਿੰਦਾ ਉਹਨੂੰ ਤਾਂ ਗੁਰਦੁਆਰੇ ਆਉਣਾ ਵੀ ਨਹੀਂ ਚਾਹੀਦਾ। ਜੇ ਕੱਪੜਾ ਮੈਲਾ ਹੀ ਨਹੀਂ ਹੈ ਤੇ ਉਹਨੂੰ ਡਰਾਈ ਕਲੀਨ ਵਾਲੇ ਕੋਲ ਲਿਜਾਣਾ ਹੀ ਨਹੀਂ ਚਾਹੀਦਾ, ਕਿਉਂਕਿ ਸਾਫ਼ ਹੈ। ਜੇ ਕੱਪੜਾ ਬਿਲਕੁਲ ਸਾਫ਼ ਹੈ ਤੇ ਉਹਨੂੰ ਧੋਬੀ ਘਾਟ ਦੇ ਲਿਜਾਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਬਿਲਕੁਲ ਸਾਫ਼ ਹੈ, ਉਹਦੇ ਵਿੱਚ ਮੈਲ ਨਹੀਂ ਹੈ। ਤੇ ਜੇ ਸਾਫ਼ ਹੋਵੇ ਤੇ ਤੁਸੀਂ ਮੈਲਾ ਨਾ ਹੋਵੇ ਤੇ ਡਰਾਈ ਕਲੀਨ ਵਾਲੇ ਕੋਲ ਲੈ ਕੇ ਜਾਓ, ਕਹਿੰਦਾ ਇਹ ਤੇ ਸਾਫ਼ ਹੈ, ਧੋਤਾ ਹੈ, ਪ੍ਰੈਸ ਹੋਇਆ ਸਾਰਾ ਕੁਝ, ਮੇਰੇ ਕੋਲ ਕਾਹਦੇ ਵਾਸਤੇ ਲੈ ਕੇ ਆਏ ਆ, ਇਹ ਤੇ ਸਾਫ਼ ਹੈ। ਸਾਫ਼ ਨੂੰ ਕੋਈ ਲੋੜ ਨਹੀਂ ਲਿਜਾਣ ਦੀ। ਹਾਂ, ਜੇ ਮੈਲਾ ਹੈ ਤੇ ਮੈਲੇ ਨੂੰ ਹੀ, ਤੰਦ ਮੈਲ ਪਈ ਹੈ ਤੇ ਉਹਨੂੰ ਹੀ ਲਿਜਾਣ ਦੀ ਲੋੜ ਹੈ। ਹੁਣ ਮੇਰਾ ਉਦਾਹਰਣ ਦੇਣ ਤੋਂ ਭਾਵ ਇਹ ਹੈ, ਜੇ ਮਨੁੱਖ ਤੂੰ ਆਪਣੇ ਆਪ ਰਿਲਾਈਜ਼ ਕਰਦਾ ਹੈ, ਸਵੀਕਾਰ ਕਰਦਾ ਹੈ ਕਿ ਮੈਂ ਗੁਨਾਹ ਕੀਤੇ ਨੇ, ਮੇਰੇ ਤੋਂ ਹੋਏ ਨੇ, ਤੇ ਫਿਰ ਗੁਰੂ ਕੋਲ ਆ ਕੇ ਕਹਿ ਦੇ, ਦਾਤਿਆ ਜਿਵੇਂ ਇੱਕ ਧੋਬੀ ਕੱਪੜੇ ਦੀ ਮੈਲ ਕੱਢ ਦਿੰਦਾ ਹੈ, ਇਹ ਜਿਹੜੇ ਮੈਂ ਗੁਨਾਹ, ਮੈਂ ਪਾਪ ਮੈਂ ਕੀਤੇ ਨੇ, ਤੂੰ ਮੇਰੇ ਔਗਣਾਂ ਦੀ ਮੈਲ ਧੋ ਦੇ, ਮੇਰਾ ਮਨ ਮੈਲਾ ਹੋ ਗਿਆ, ਇਹਨੂੰ ਸਾਫ਼ ਕਰ ਦੇ। ਕਿਉਂ ਕਿ ਬਾਣੀ ਕਹਿ ਰਹੀ ਹੈ, ਮਨ ਮੈਲਾ ਸਭ ਕਿਛ ਮੈਲਾ, ਕਿਉਂਕਿ ਮੇਰਾ ਮਨ ਮੈਲਾ ਹੈ, ਇਸ ਕਰਕੇ ਮੇਰੀਆਂ ਅੱਖਾਂ ਵੀ ਮੈਲੀਆਂ ਨੇ। ਜਿਹਦਾ ਮਨ ਮੈਲਾ ਹੈ ਉਹਦਾ ਸਾਰਾ ਕੁਝ ਮੈਲਾ ਹੈ। ਮਨ ਮੈਲਾ ਹੈ ਸਭ ਕਿਛ ਮੈਲਾ, ਤਨ ਧੋਤੇ ਮਨ ਹਛਾ ਨਾ ਹੋਏ, ਸੁੱਚੇ ਇਹ ਨਾ ਆਖੀਏ ਬਹਿਨ ਜੇ ਪਿੰਡਾਂ ਧੋਏ। ਪਿੰਡਾਂ ਮੀਨਸ ਸਰੀਰ, ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਮੇਰਾ ਪਿੰਡਾ, ਮੇਰੀ ਦੇਹੀ, ਮੇਰਾ ਸਰੀਰ, ਮੇਰਾ ਪਿੰਡਾ ਹੀ ਖਰਾਬ ਹੋ ਗਿਆ। ਪਿੰਡਾ ਪੰਜਾਬੀ ਬੋਲੀ ਅਸੀਂ ਛੱਡ ਦਿੱਤੀ ਹੈ, ਤਾਂ ਸਾਨੂੰ ਅਰਥਾਂ ਦੀ ਸਮਝ ਵੀ ਨਹੀਂ ਆਉਂਦੀ। ਕਿਆ ਬਹਿਨ ਜੇ ਪਿੰਡਾਂ ਧੋਏ, ਸੁੱਚੇ ਇਹ ਨਾ ਆਖੀਐ। ਇਹ ਸੁੱਚੇ ਨਹੀਂ ਹੈ ਜਿਹੜੇ ਪਿੰਡਾ ਵਾਰ-ਵਾਰ ਧੋਈ ਜਾਣ, ਵਾਰ-ਵਾਰ ਨਹਾਈ, ਵਾਰ-ਵਾਰ ਇਸ਼ਨਾਨ ਕਰੀ ਜਾਣ, ਇਹ ਹੀ ਸੁੱਚੇ ਨਹੀਂ ਹੈ। ਸੁੱਚੇ ਸੇਈ ਨਾਨਕਾ, ਇਹ ਪਿੰਡਾ ਧੋਣਾ ਚਾਹੀਦਾ, ਸਰੀਰ ਫਰੈਸ਼ ਕਰਨਾ ਚਾਹੀਦਾ, ਪਾਣੀ ਨਾਲ ਇਹਨੂੰ ਸਾਫ਼ ਕਰਨਾ, ਇਹਦੀ ਮੈਲ ਤਨ ਦੀ ਵੀ ਲਾਉਣੀ ਚਾਹੀਦੀ ਹੈ। ਤੇ ਨਿਰੀ ਤਨ ਦੀ ਮੈਲ ਲਾਉਣ ਨਾਲ ਗੱਲ ਨਹੀਂ ਬਣਨੀ, ਮਨ ਦੀ ਮੈਲ ਗੁਰੂ ਦੀ ਬਾਣੀ ਨਾਲ, ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ ਨਾਲ ਲੈਣੀ ਹੈ। ਸੁੱਚੇ ਇਹ ਨਾ ਆਖੀਐ ਬਹਿਨ ਜੇ ਪਿੰਡਾਂ ਧੋਏ, ਕਿਆ ਸੁੱਚੇ ਸੇਈ, ਸਹੀ ਦਾ ਅਰਥ ਕਰਾਂਗੇ ਉਹ ਸੁੱਚੇ ਨੇ। ਸੁੱਚੇ ਸੇਈ ਨਾਨਕਾ, ਬ੍ਰੇਕ ਲਾਓ, ਨਾਨਕਾ ਉਹ ਸੁੱਚੇ ਨੇ। ਸੁੱਚੇ ਸੇਈ ਉਹ ਨਾਨਕਾ, ਜਿਨ ਮਨ, ਜਿਨ੍ਹਾਂ ਦੇ ਮਨ ਵਿੱਚ ਵਸਿਆ। ਫਿਰ ਕਿਆ ਸੋਏ, ਸੋਏ ਮੀਨਸ ਪਰਮਾਤਮਾ, ਉਹ ਵਾਹਿਗੁਰੂ, ਜਿਨ੍ਹਾਂ ਦੇ ਮਨ ਵਿੱਚ ਉਹ ਆ ਕੇ ਵਸ ਗਿਆ, ਉਹ ਸੁੱਚੇ ਨੇ, ਉਹ ਪਵਿੱਤਰ ਨੇ। ਤੇ ਜਿਨ੍ਹਾਂ ਦੇ ਮਨ ਵਿੱਚ ਉਹ ਆ ਕੇ ਵਸਿਆ ਨਹੀਂ, ਉਹ ਨਾ ਸੁੱਚੇ ਨੇ, ਉਹ ਪਵਿੱਤਰ ਨਹੀਂ, ਉਹ ਮੈਲੇ ਨੇ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਸੁੱਚੇ ਉਹ ਨੇ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ, ਕਹੈ ਨਾਨਕ ਜਿਨ ਮਨ ਨਿਰਮਲ। ਹੁਣ ਗੱਲ ਫਿਰ ਮਨ ਤੇ ਆ ਗਈ। ਨਾਨਕ ਗੁਰੂ ਜੀ ਆਖਦੇ ਨੇ ਜਿਨ੍ਹਾਂ ਦਾ ਮਨ ਨਿਰਮਲ ਹੈ, ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਤੇ ਜਿਨ੍ਹਾਂ ਦਾ ਮਨ ਨਿਰਮਲ ਹੈ, ਗੁਰੂ ਉਹਨਾਂ ਦੇ ਨਾਲ ਹੈ, ਭਾਵੇਂ ਜਿੱਥੇ ਮਰਜ਼ੀ ਹੋਵੇ। ਪਰ ਜਿਨ੍ਹਾਂ ਦਾ ਮਨ ਨਿਰਮਲ ਨਹੀਂ, ਪਵਿੱਤਰ ਨਹੀਂ, ਉਹ ਰੱਬ ਨੂੰ ਲੱਭਦੇ ਫਿਰਦੇ ਨੇ, ਰੱਬ ਮਿਲਦਾ ਹੀ ਨਹੀਂ। ਉਹ ਜੰਗਲਾਂ ਵਿੱਚ ਤੁਰੇ ਫਿਰਦੇ ਨੇ। ਭਗਤ ਜੀ ਕਹਿੰਦੇ ਨੇ, ਕਬੀਰ ਜੀ
ਭਗਤ ਜੀ ਸਾਨੂੰ ਭਗਤਾਂ ਦੀ ਬਾਣੀ ਇਹ ਕਹਿ ਰਹੀ ਹੈ, ਜੰਗਲ ਜੰਗਲ ਕਿਆ ਭਵੈ ਵਾਣ ਕੰਡਾ ਮੋੜੇ, ਵਸੀ ਰੱਬ ਹਿਆਲੀਆ। ਹਿਆਲੀਆ ਮੀਨਸ ਹਿਰਦੇ, ਘਰ ਦੇ ਵਿੱਚ ਰੱਬ ਵਸਦਾ ਹੀ, ਕਿੱਥੇ ਲੱਭਦਾ ਫਿਰਦਾ ਹੀ। ਜੰਗਲ ਕਿਆ ਢੂੰਡਾ ਹੈ, ਜੰਗਲ ਦੇ ਵਿੱਚ ਨਹੀਂ, ਕੀ ਢੂੰਡਦਾ ਫਿਰਦਾ ਹੈ। ਜਬ ਹਮ ਹੋਤੇ, ਅੱਜ ਦਾ ਹੁਕਮ ਹੈ, ਤਬ ਤੂੰ ਨਹੀਂ। ਜਬ ਹਮ, ਜਦੋਂ ਮੈਂ ਸੀ ਉਦੋਂ ਤੂੰ ਨਹੀਂ ਸੀ, ਹੁਣ ਤੂੰ ਹੈ ਤੇ ਮੈਂ ਨਹੀਂ ਹੈਗੀ। ਗੱਲ ਕੀ ਇੰਨੀ ਕੀ ਹੈ ਬਸ। ਅੱਜ ਦਾ ਹੁਕਮ ਹੈ ਗੁਰੂ ਸਾਹਿਬ ਜੀ ਦਾ, ਆਪਾਂ ਬੋਰਡ ਤੇ ਪੜ੍ਹਿਆ, ਭਾਈ ਸਾਹਿਬ ਪਾਸੋਂ ਸੁਣਿਆ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ नाही। अनल अगम जैसे लहर में ओदत, जल केवल जल माही। माधवे क्या कहिए भ्रम ऐसा, जैसा मानिया होए न तैसा। हुण गल की है, ये भ्रम ही है मनुख के अंदर बनया होया, जो मनुख मन्नी बैठा है सच नहीं। जो कच है उन्होंने सच, जो सच है उन्होंने कच, जो झूठ है उन्होंने सच कहता, जो सच है उसनों झूठ मन्नी बैठा है। गल की है, हनेरा है, अज्ञानता का हनेरा है। ते मेरे साहिब जी दे प्रथाए भट्ट जी कहते ने, बदन बरदात। दाता जी तुहाडे बदन, तुहाडे मुखड़े दे उत्तों, तुहाडे मुखड़े विचों बख्शां दियां झड़ियां लगियां होईयां ने, अलख अपार। तुसीं अलख हो। ऐड़ा ते लल्ला ते खखा जे नूं अलख पढ़ांगे नहीं गल बननी। अगेतर ऐड़ा ला दिओ, लख पिछे कर दिओ, बन जाएगा अलख। जिसनों लखिया नहीं जा सकता, जिसनों समझिया नहीं जा सकता, जो साड़ी सोच तो अगम अगोचरा। तेरा अंत ना पाया, अंतो ना पाया किने तेरा। तिसा तेरा अंत, तू बेअंत है, अलख है। असी सुखमनी साहिब भी पढ़ते हैं, अगनत, अगनत नहीं है, अगेतर ऐड़ा पिछे गणत पिछे कर दे, अगनत। दाता जी तेरे जेड़े रहमतां ने अगणत ने, बेअंत ने, गिनती तो परे ने। कई बार अगनत पढ़ जाने, नहीं गल बननी जी। अगनत अलख, फिर क्या अपार, बेअंत। दाता तू बेअंत है, अलख है। तेनू लखिया नहीं जा सकता, तेनू समझिया नहीं जा सकता, तेनू समझिया जा सकता है। गल किवें? गुर सूर, गुर ते सूर। सूर का अर्थ करांगे सूरमा, जोधा। जोधा वही है जिहड़ा रण तत्ते विच जंग विच जूझ के आवे ते जित के आवे, असीं उहनूं जोधा सूरमा कहने। हुण रण तत्ते विच जूझण दी लोड़ पवे ते उत्थे जूझना चाहिदा, पर जे रण तत्ते दी गल नहीं है ते इत्थे क्या आत्म जीना। सगल वसता कै जां का सतगुर पूरा। इत्थे सूरा वो है जिन्हें अपने मन नूं जित लिया। मन जीते जग जीत। हुण जग जितण की गल ऐसी, ये तुक, ये बाणी जिहड़ी है ना, सारे साडे सारियां दे तुकां मूँह ते चढ़ियां होईयां ने। मन जीता है, जग जीत। जिन्हें मन नूं जित लिया उन्हें जग नूं जित लिया। हुण जग नूं जितना की है? सारे वर्ल्ड नूं जितना, संसार नूं जितना नहीं। मन नूं जितण दे नाल ये जिहड़े साडे कर्म इंद्रे ने, ज्ञान इंद्रे ने ना, 5 कर्म इंद्रे ते 5 ज्ञान इंद्रे। ਜਿਹੜੇ ਗਿਆਨ ਇੰਦਰੇ ਨੇ ਇਹਨਾਂ ਨੂੰ ਜਿੱਤ ਲਿਆ, ਤੇ ਜਿਨ੍ਹਾਂ ਨੇ ਇਹਨਾਂ ਨੂੰ ਜਿੱਤ ਲਿਆ, ਆਨੰਦ ਕਰੋ ਮਿਲ ਸੁੰਦਰ ਨਾਰੀ। ਇਹ ਜਿਹੜੀ ਗਿਆਨ ਇੰਦਰੇ ਨੇ ਨਾ, ਤੇ ਜਿਨ੍ਹਾਂ ਨੇ ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਕਰ ਲਿਆ, ਤੇ ਫਿਰ ਉਹ ਸਦਾ ਆਨੰਦ ਦੇ ਵਿੱਚ ਰਹਿੰਦੇ ਨੇ, ਸਦਾ ਵਿਕਾਸ ਤੇ ਸਦਾ ਖੜਾਵ ਵਿੱਚ ਰਹਿੰਦੇ ਨੇ। ਇਹਨਾਂ ਨੂੰ ਕਿਹਾ ਆਨੰਦ ਕਰੋ ਮਿਲ सुंदर नारी। इत्थे ये नहीं है इस्त्रियां सुंदरियां की गल नहीं है, इत्थे ज्ञान रूपी इस्त्रियां, ज्ञान रूपी इंद्रियां, ज्ञान दियां जड़ियां इंद्रियां ने इन्हां नूं काबू करके फिर सदा आनंद माणदा रहे, फिर सदा विकास ते तेरे अंदर सदा खिडाव बनिया रहेगा जदों तू ज्ञान इंद्रियां नूं काबू कर लेगा। हुण ज्ञान इंद्रियां नूं काबू हुंदा ही नहीं है। ये कन्न काबू आउंदे नहीं है, अखां काबू आउंदियां ही नहीं है। क्यों नहीं आउंदियां? मन दे उत्ते कंट्रोल कर।
ਇਹ ਜਿਹੜੇ ਨੇਤਰ ਨੇ, ਇਹ ਜਿਵੇਂ ਅਸੀਂ ਵੇਖਦੇ ਹਾਂ, ਇਹ ਸਾਡੇ ਅੰਦਰ ਜਿਹੜਾ ਮਨ ਹੈ ਨਾ, ਮਨ ਦੇ ਨਾਲ ਹੀ ਸਾਰਾ ਕਨੈਕਸ਼ਨ ਰਲਿਆ ਹੋਇਆ ਹੈ। ਮਨ ਜਿਵੇਂ ਚਲਾਉਂਦਾ ਹੈ, ਹੱਥਾਂ ਨੂੰ ਪ੍ਰੇਰਨਾ ਕਰੇ, ਹੱਥ ਉਵੇਂ ਕਰਨ ਲੱਗ ਪੈਂਦੇ ਨੇ। ਮਨ ਜਿਵੇਂ ਅੱਖਾਂ ਨੂੰ ਪ੍ਰੇਰਨਾ ਦਿੰਦਾ ਹੈ, ਅੱਖਾਂ ਉਵੇਂ ਵੇਖਣ ਲੱਗ ਪੈਂਦੀਆਂ ਨੇ। ਮਨ ਜਿਵੇਂ ਪ੍ਰੇਰਨਾ ਕੰਨਾਂ ਨੂੰ ਦੇਵੇ ਤੇ ਕੰਨ ਉਵੇਂ ਸੁਣਨ ਲੱਗ ਪੈਂਦੇ ਨੇ। ਗੱਲ ਕੀ ਹੈ? ਕੰਟਰੋਲ ਮਨ ਦੇ ਕੋਲ ਹੈ, ਇਹਨਾਂ ਗਿਆਨ ਇੰਦਰੀਆਂ ਦਾ। ਤੇ ਜੇ ਤੂੰ ਬੰਦਿਆ ਮਨ ਦੇ ਉੱਤੇ ਹੀ ਕੰਟਰੋਲ ਕਰ ਲਏਗਾ ਨਾ, ਮਨ ਨੂੰ ਕਾਬੂ ਕਰ ਲਏਗਾ, ਸਾਰੇ ਕੁਝ ਜਿੰਨੇ ਵੀ ਗਿਆਨ ਇੰਦਰੀ, ਕਰਮ ਇੰਦਰੀ ਤੇਰੇ ਵਸ ਵਿੱਚ ਆ ਜਾਣਗੇ। ਜਦੋਂ ਇਹ ਵਸ ਵਿੱਚ ਆ ਜਾਣਗੇ ਤੇ ਤੇਰਾ ਖੜਾਵ ਨਹੀਂ ਜਾ ਸਕਦਾ, ਤੇਰਾ ਵਿਕਾਸ ਨਹੀਂ ਜਾ ਸਕਦਾ। ਤੇਰੇ ਅੰਦਰ ਸਦਾ ਵਿਕਾਸ ਤੇ ਖੜਾਵ ਬਣਿਆ ਰਹੇਗਾ। ਪਰ ਇਹ ਕਾਬੂ ਕਿਵੇਂ ਆਉਣ? ਇਹ ਕਾਬੂ ਕਿਵੇਂ ਆਉਣ? ਮੈਂ ਨਿਰੀ ਗੱਲ ਇਹ ਨਹੀਂ ਕਹਿ ਕੇ ਜਾਂਦਾ ਵੀ ਹਾਂ ਇਹਨਾਂ ਨੂੰ ਕਾਬੂ ਕਰੋ। ਕਾਬੂ ਕਰਨ ਦਾ ਤਰੀਕਾ ਵੀ ਦੱਸਣਾ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ। ਮੇਰੇ ਪਾਤਸ਼ਾਹ ਕਹਿੰਦੇ ਨੇ ਕਾਬੂ ਐਵੇਂ ਆਉਣਗੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਹੁਣ ਗੱਲ ਕੀ ਹੈ? ਸੁਣਨਾ ਪਏਗਾ। ਪਹਿਲਾਂ ਸੁਣਨਾ ਹੈ, ਤੇ ਜੇ ਸੁਣ ਲਿਆ ਫਿਰ ਇਹਨੂੰ ਅੰਦਰ ਨਿਕਲਣਾ ਹੈ। ਅਸੀਂ ਇਸ ਪਾਸੋਂ ਸੁਣਨੇ ਆ, ਇਸ ਪਾਸੋਂ ਕੱਢ ਦੇਣੇ। ਅਸੀਂ ਇਸ ਪਾਸੋਂ ਸੁਣਨੇ ਆ ਤੇ ਇਸ ਪਾਸੋਂ ਕੱਢ ਦੇਣੇ। ਇੱਕ ਕੰਨ ਤੋਂ ਸੁਣਾਂਗੇ, ਦੂਸਰੇ ਪਾਸੋਂ ਕੱਢ ਦਿੱਤਾ, ਜਾਂ ਇਸ ਕੰਨ ਤੋਂ ਸੁਣਿਆ ਤੇ ਦੂਸਰਿਆਂ ਨੂੰ ਸੁਣਾ ਦਿੱਤਾ, ਪਰ ਅੰਦਰ ਨਹੀਂ ਜਾਣ ਦਿੱਤਾ, ਉਦਰ ਦੇ ਵਿੱਚ ਨਹੀਂ ਜਾਣ ਦਿੱਤਾ। ਮਨ ਤੱਕ ਇਹਨੂੰ ਜਾਣ ਹੀ ਨਹੀਂ ਦਿੱਤਾ, ਇਹਨੂੰ ਥਾਂ ਹੀ ਨਹੀਂ ਬਣਾਈ ਇਹਨੂੰ ਅੰਦਰ ਵਸਾਉਣ ਦੀ। ਇੱਧਰੋਂ ਸੁਣਿਆ ਤੇ ਉੱਧਰੋਂ ਕੱਢ ਦਿੱਤਾ। ਮੇਰੇ ਪਾਤਸ਼ਾਹ ਜਿਹਦੇ ਕਹਿੰਦੇ ਜਦੋਂ ਸੁਣ ਕੇ ਇਹਨੂੰ ਅੰਦਰ ਵਸਾ ਲਏਗਾ ਨਾ, ਇਹਨੂੰ ਟਿਕਾਣਾ ਦੇ ਦੇਗਾ, ਟਿਕਾ ਲਏਗਾ ਨਾ, ਫਿਰ ਤੇਰੇ ਅੰਦਰ ਸਦਾ ਵਿਕਾਸ ਬਣੇਗਾ, ਤੇਰੇ ਅੰਦਰ ਸਦਾ ਖੜਾਵ ਬਣੇਗਾ। ਪਰ ਨਹੀਂ, ਅਸੀਂ ਅੱਜ ਦਾ ਹੁਕਮ ਜਦੋਂ ਅਸੀਂ, ਮੈਂ ਕਈ ਵਾਰੀ ਇਹ ਗੱਲ ਕਹਿਣਾ, ਜਦੋਂ ਗੁਰਦੁਆਰੇ ਕੋਈ ਜਾਂਦਾ ਹੈ, ਹੁਕਮ ਸੁਣਦਾ ਹੈ, ਤੇ ਕੋਈ ਨਾ ਗਿਆ ਹੋਵੇ ਗੁਰੂ ਘਰ ਤੇ ਰਾਹ ਵਿੱਚ ਮਿਲ ਜਾਏ, ਪਰਿਵਾਰ ਵਿੱਚ ਆਇਆ ਨੂੰ ਕਵੇ ਵੀ ਹਾਂ ਫਲਾਨਿਆ ਤੂੰ ਗੁਰੂ ਘਰ ਗਿਆ ਸੀ, ਅੱਜ ਗੁਰੂ ਸਾਹਿਬ ਜੀ ਦਾ ਹੁਕਮ ਕੀ ਆਇਆ? ਕਹਿੰਦਾ ਮੈਨੂੰ ਭੁੱਲ ਗਿਆ। ਕੱਲ ਸਾਡੀ ਇੱਥੇ ਕਿਸੇ ਖਲੋਤੇ ਆ ਕਿ ਮੈਂ ਹੁਕਮ ਸੁਣਿਆ ਜ਼ਰੂਰ ਹੈ, ਬੋਰਡ ਦੇ ਉੱਤੇ ਲਿਖਿਆ ਵੀ ਮੈਂ ਪੜ੍ਹਿਆ ਹੈ, ਪਰ ਖਿਆਲ ਹੀ ਨਹੀਂ ਹੈ ਕਰੇ ਕਿਹੜਾ ਆਇਆ ਸੀ। ਹੁਣ ਜਿਸ ਨੇ ਹੁਕਮ ਪੜ੍ਹਿਆ ਸੁਣਿਆ, ਜਿਸ ਨੂੰ ਹੁਕਮ ਗੁਰੂ ਨੇ ਦਿੱਤਾ, ਜੇ ਕੋਈ ਚਾਕਰ ਹੋਵੇ, ਮਾਲਕ ਉਹਨੂੰ ਹੁਕਮ ਕਰੇ ਵੀ ਤੂੰ ਆਹ ਸਮਾਨ ਇੱਥੋਂ ਲੈ ਕੇ ਤੇ ਉੱਥੇ ਦੇ ਕੇ ਆਉਣਾ ਹੈ, ਤੇ ਉਹ ਭੁੱਲ ਹੀ ਜਾਵੇ, ਤੇ ਉਹ ਕੰਮ ਕਰ ਸਕਦਾ ਹੈ? ਉਹ ਮੰਜ਼ਿਲ ਤੇ ਪਹੁੰਚ ਸਕਦਾ ਹੈ? ਨਹੀਂ ਪਹੁੰਚ ਸਕਦਾ। ਜੇ ਅਸੀਂ ਆਪਣੇ ਗੁਰੂ ਦਾ ਹੁਕਮ ਹੀ ਭੁੱਲ ਗਏ ਵੀ ਅੱਜ ਹੁਕਮ ਆਇਆ ਕੀ ਸੀ, ਮੈਂ ਕਹਿੰਦਾ ਜਿਹੜਾ ਗੁਰੂ ਦਾ ਹੁਕਮ ਆਇਆ ਹੋਵੇ ਨਾ, ਉਸ ਨੂੰ ਅੰਦਰ ਨਿਕਲ ਜਾਓ। ਉਹਦੇ ਜਿਹੜੇ ਜੇ ਸਾਰਾ ਹੁਕਮ ਨਹੀਂ ਯਾਦ ਆਉਂਦਾ ਤੇ ਰਹਾਉ ਦੀਆਂ ਪੰਕਤੀਆਂ ਜ਼ਰੂਰ ਆਪਣੇ ਅੰਦਰ ਯਾਦ ਕਰ ਲਓ, ਉਸ ਨੂੰ ਗੁਣਦੇ ਰਹੋ, ਉਹਨੂੰ ਵਿਚਾਰਦੇ ਰਹੋ ਵੀ ਅੱਜ ਮੇਰੇ ਪਾਤਸ਼ਾਹ ਨੇ ਕੀ ਕਿਹਾ ਹੁਕਮ ਦੇ ਵਿੱਚ। ਪਰ ਸਾਨੂੰ ਹੁਕਮ ਭੁੱਲ ਗਿਆ, ਤੇ ਜਿਹੜਾ ਹੁਕਮ ਭੁੱਲ ਗਿਆ ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਤੇਰੇ ਅੰਦਰ ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼, ਵਿਗਾਸ ਸਦਾ ਬਣਿਆ ਰਹੇਗਾ, ਤੇਰਾ ਖੜਾਵ ਕਦੀ ਜਾ ਹੀ ਨਹੀਂ ਸਕਦਾ। ਪੱਟ ਕਾਲਿਆ ਸਹਾਰ, ਧੰਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸਿਫਤ ਕਰ ਰਹੇ ਨੇ। ਦਾਤਾ ਜੀ ਤੁਸੀਂ ਸੂਰਮੇ ਹੋ, ਤੁਸੀਂ ਯੋਧੇ ਹੋ। ਕਿਵੇਂ? ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਆਪਣੇ ਮਨ ਨੂੰ, ਆਪਣੇ ਇੰਦਰੀਆਂ ਨੂੰ ਕਾਬੂ ਕਰ ਲਿਆ। ਤੇ ਕਾਬੂ ਐਵੇਂ ਨਹੀਂ ਹੁੰਦੇ, ਪੂਰੇ ਗੁਰੂ ਦਾ ਲੜ ਫੜਿਆ ਹੁੰਦੇ ਨੇ, ਅਧੂਰਿਆਂ ਦੇ ਮਗਰ ਨਹੀਂ। ਅਧੂਰਿਆਂ ਦੇ ਤੇ ਆਪਣੇ ਮਨ ਕਾਬੂ ਨਹੀਂ ਆ, ਸਾਡੇ ਮਨ ਕਾਬੂ ਕਿਵੇਂ ਕਰ ਹੋਣਗੇ? ਇਹ ਤੇ ਪੂਰੇ ਗੁਰੂ ਦਾ ਲੜ ਫੜਨਾ ਪੈਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਪੈਣਾ ਹੈ, ਜਿਸ ਨੂੰ ਮੇਰੇ ਪਾਤਸ਼ਾਹ ਪੰਚਮ ਪਾਤਸ਼ਾਹ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਜਦੋਂ ਪੂਰੇ ਨਾਲ ਜੁੜਾਂਗੇ ਤੇ ਪੂਰੇ ਹੋਵਾਂਗੇ, ਜੇ ਹਦੂਰਿਆਂ ਨਾਲ ਜੁੜੇ ਤੇ ਹਦੂਰੇ ਹੀ ਰਹਿ ਜਾਵਾਂਗੇ। ਤੇ ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਪੱਟ ਜੀ ਕਹਿ ਰਹੇ ਨੇ, ਦਾਤਾ ਜੀ ਤੁਸੀਂ ਅੱਜ ਦੇ ਯੁੱਗ ਵਿੱਚ ਬਹੁਤ ਵੱਡੇ ਸੂਰਮੇ ਹੋ। ਨੇਤੇ ਪੰਜ ਜਵਾਨ ਮੈਂ। ਹੁਣ ਧਿਆਨ ਦਿਆ ਜੇ, ਪੰਜ ਜਵਾਨ ਕਿਹੜੇ ਨੇ? ਨੇਤੇ ਤੋਂ ਭਾਵ ਹੈ ਤੁਸੀਂ ਬੰਨ ਕੇ ਰੱਖ ਲਏ ਨੇ। ਨੇਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਓ। ਕੰਡ ਕਹਿੰਦੇ ਨੇ ਪਿੱਠ ਨੂੰ,
ਤੇ ਜੇ ਕਿਸੇ ਦੀ ਪਿੱਠ ਦੇ ਉੱਤੇ ਕਿਸੇ ਦਾ ਹੱਥ ਹੋਵੇ ਨਾ, ਬੜਾ ਆਪਣੇ ਆਪ ਨੂੰ ਬਲਵਾਨ ਤਾਕਤ ਵਾਲਾ ਸਮਝਦਾ ਹੈ। ਕਿਆ ਦਾਤਿਆ ਤੇਰੀ ਜਿਹੜੀ ਮਹਿਰਾਮਤ ਬਖਸ਼ਿਸ਼ ਦਾ ਜਿਹੜਾ ਹੱਥ ਮੇਰੀ ਕੰਡ ਤੇ ਹੈ, ਮੇਰੀ ਪਿੱਠ ਤੇ ਹੈ, ਤੇ ਮੈਨੂੰ ਇਹ ਜਿਹੜੇ ਵਿਕਾਰ ਨੇ ਇਹ ਬੜੇ ਬਲਵਾਨ ਨੇ। ਵੱਡੇ ਵੱਡੇ ਰਿਸ਼ੀਆਂ ਤੇ ਮੁਨੀਆਂ ਨੂੰ ਇਹਨਾਂ ਨੇ ਢਾਹ ਸੁੱਟਿਆ, ਆਪਣੇ ਅਕੀਦੇ ਤੋਂ ਇਹਨਾਂ ਨੇ ਡੋਲ ਗਏ। ਦਾਤਿਆ ਤੇਰਾ ਮੇਰੇ ਜੇ ਪਿੱਠ ਤੇ ਹੱਥ ਹੋਵੇ ਤੇ ਇਹਨਾਂ ਨੂੰ ਮੈਂ ਮਾਰਨਾ ਨਹੀਂ ਹੈ। ਕਈ ਵਾਰੀ ਕਹਿੰਦੇ ਨੇ ਮਰਨ ਨੂੰ ਮਾਰ ਲਿਆ, ਕਾਮ ਨੂੰ ਮਾਰ ਲਿਆ। ਨਾ ਜੀ, ਮੈਂ ਤਾਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਵੀ ਜੇ ਕਾਮ ਨੂੰ ਮਾਰ ਲਿਆ ਤੇ ਸਾਰਾ ਕੁਝ ਖਤਮ ਹੋ ਗਿਆ, ਸੰਸਾਰ ਹੀ ਖਤਮ ਹੋ ਗਿਆ। ਇਹਨਾਂ ਦਾ ਦਿਸ਼ਾ ਜਿਹੜੀ ਹੈ ਨਾ ਉਹ ਚੇਂਜ ਕਰਨੀ ਹੈ, ਇਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲਿਆਉਣਾ ਹੈ। ਮਨ ਮਰ ਗਿਆ, ਕਹਿੰਦੇ ਨੇ ਮੈਂ ਤੇ ਮਨ ਮਾਰ ਲਿਆ। ਮਨ ਮਰ ਗਿਆ ਤੇ ਕਹਾਣੀ ਹੈ, ਤੁਸੀਂ ਤੇ ਸੁਣੋ ਕੇ ਬੈਠੇ ਹੋ। ਮਨ ਨੇ ਹੀ ਤੇ ਬੋਡੀ ਨੂੰ ਚਲਾਉਣਾ ਹੈ, ਮਨ ਨੇ ਹੀ ਪ੍ਰੇਰਨਾ ਦੇਣੀ ਆ, ਮਨ ਕਰਕੇ ਅਸੀਂ ਤੁਰੇ ਫਿਰਦੇ ਹਾਂ। ਜੇ ਮਨ ਹੀ ਮਰ ਗਿਆ ਤੇ ਬਾਕੀ ਰਹਿ ਕੀ ਗਿਆ? ਕੁੱਖ ਨਹੀਂ। ਮਨ ਨੂੰ ਮਾਰਨਾ ਨਹੀਂ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੈਂ ਇਹਨਾਂ ਨੂੰ ਨੇਣ ਕੇ ਬੰਨ ਲਿਆ, ਇਹਨਾਂ ਨੂੰ ਮੈਂ ਕਾਬੂ ਕਰ ਲਿਆ ਹੈ। ਜਿਵੇਂ ਕੋਈ ਪਸ਼ੂ ਜਿਹੜਾ ਹੈ ਉਹ ਵਾਰ-ਵਾਰ ਸੰਗਲ ਵਾਰ-ਵਾਰ ਰੱਸਾ ਤੋੜਦਾ ਹੋਵੇ ਨਾ ਤੇ ਉਹਦੀ ਨੱਕ ਦੇ ਵਿੱਚ ਨੱਥ ਪਾ ਦਿੰਦੇ ਨੇ। ਮਈਆਂ ਨੂੰ ਕਈਆਂ ਨੇ ਵੇਖਿਆ ਹੈ ਕਿ ਜਿਹੜੀਆਂ ਸੰਢਾਂ ਹੋਣ ਨਾ, ਉਹਨਾਂ ਦੀ ਵੀ ਨੱਕ ਪਾੜ ਕੇ ਉਹਦੇ ਵਿੱਚ ਰੱਸੀ ਲੰਘਾ ਕੇ ਉਹਨੂੰ ਨੱਥ ਕਹਿੰਦੇ ਨੇ, ਨੱਥ ਪਾ ਦੇ। ਉਹ ਫਿਰ ਜਿੱਥੇ ਬੰਨ ਦਿੱਤੀ ਉੱਥੇ ਵੱਜੀ ਰਹੇਗੀ, ਉਹ ਤੋੜੇਗੀ ਨਹੀਂ, ਰੱਸਾ ਤੋੜ ਨਹੀਂ ਸਕਦੀ। ਨਹੀਂ ਤੇ ਐਵੇਂ ਝੜਕ ਕਰਕੇ ਰੱਸਾ ਤੋੜ ਦਿੰਦੀ ਹੈ। ਮੇਰੇ ਪਾਤਸ਼ਾਹ ਦੇ ਸ਼ਬਦਾਂ ਦੀ ਜਿਹੜੀ ਮਨ ਨੂੰ ਨੱਥ ਪਾ ਦੇ, ਇਹ ਕਾਬੂ ਹੋ ਜਾਣਗੇ। ਇਹ ਫਿਰ ਤੇਰਾ ਜਿਹੜਾ ਮਨ ਹੈ ਨਾ, ਜਦੋਂ ਸ਼ਬਦ ਦੀ ਨੱਥ ਪਈ ਹੋਵੇਗੀ। ਕਈਆਂ ਨੇ ਸਵਾਲ ਕੀਤਾ ਹੈ, ਅਸੀਂ ਕਈ ਵਾਰੀ ਵੇਖੀਏ, ਕਈਆਂ ਨੇ ਕਹਿੰਦੇ ਨੇ, ਸਵਾਲ ਕਰਦੇ ਨੇ ਜੀ ਮਨ ਕਾਬੂ ਨਹੀਂ ਆਉਂਦਾ, ਮਨ ਕਾਬੂ ਨਹੀਂ ਆਉਂਦਾ। ਮਨ ਕਾਬੂ ਆਵੇ ਕਿਵੇਂ? ਮਨ ਕੋਈ ਸਤੂਲ ਵਸਤੂ ਨਹੀਂ ਹੈ ਵੀ ਜਿਹਨੂੰ ਰੱਸੀ ਪਾ ਦਿੱਤੀ ਜਾਵੇ, ਬੰਨ ਦਿੱਤਾ ਜਾਵੇ। ਮਨ ਸਮੂਹ ਫੁਰਨਿਆਂ ਦਾ ਇਕੱਠ ਹੈ ਤੇ ਇੱਕ ਜਿਹੜੇ ਫੁਰਨੇ ਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦਕੇ ਹੀ ਚੰਗੇ ਹੋ ਸਕਦੇ ਨੇ। ਮੈਂ ਕਹਿੰਦਾ ਜੇ ਮਨ ਕਾਬੂ ਵਿਕਾਰ ਕਰਦਾ ਹੋਵੇ, ਮਨ ਅੱਖਾਂ ਮਾੜਾ ਵੇਖਦੀਆਂ ਹੋਣ ਤੇ ਮਨ ਨੂੰ ਸਿੱਧਾ ਹੀ ਇਹ ਇੱਕ ਮੈਸੇਜ ਭੇਜ ਦਿਓ। ਅੱਖਾਂ ਮਾੜਾ ਵੇਖਦੀਆਂ ਨੇ ਨਾ, ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਭੇਜ ਦਿਓ, ਤੱਕੇ ਨਾਰ ਪਰਾਈਆਂ। ਵੇਖੋ ਮਨ ਕਾਬੂ ਆਉਂਦਾ ਕਿ ਨਹੀਂ ਆਉਂਦਾ? ਅੱਖਾਂ ਮਾੜਾ ਵੇਖਣੋਂ ਹਟਦੀਆਂ ਨੇ ਕਿ ਨਹੀਂ ਹਟਦੀਆਂ? ਕਹਿੰਦੇ ਨੇ ਮਾੜਾ ਅੱਖਾਂ ਨਹੀਂ ਵੇਖਣੋਂ ਹਟਦੀਆਂ ਜੀ। ਤੇ ਮੈਸੇਜ ਭੇਜੋ ਉਹਨੂੰ, ਕਿਆ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ, ਸੰਨੀ ਦੇਖ ਵਿਖਮ ਥਾਏ। ਥੋੜੀ ਜੀ ਥਾਂ ਸੰਨ ਜਿਹਨੂੰ ਕਹਿੰਦੇ ਆ, ਅੱਗੇ ਵੇਖਣਾ ਪਿੱਛੇ ਵੇਖਣਾ, ਕੋਈ ਮੈਨੂੰ ਵੇਖਦਾ ਨਹੀਂ ਬਈ ਮੈਂ ਇਹ ਮਾੜਾ ਵੇਖ ਰਿਹਾ ਵਾਂ, ਅੱਖਾਂ ਨਾਲ ਮਾੜਾ ਤੱਕ ਰਿਹਾ, ਮੈਨੂੰ ਕੋਈ ਨਹੀਂ ਵੇਖਦਾ। ਆਪਾਂ ਜਿੰਨੇ ਵੀ ਆ ਨਾ, ਜਦੋਂ ਅਸੀਂ ਕੋਈ ਗੁਨਾਹ ਕਰਦੇ ਹੋਵਾਂ, ਮੈਂ ਮਾੜਾ ਵੇਖਦੇ ਹੋਈਏ ਤੇ ਨਾਲੇ ਮਨ ਦੇ ਵਿੱਚ ਇਹ ਵੀ ਖਿਆਲ ਹੁੰਦਾ ਹੈ ਮੈਨੂੰ ਕੋਈ ਵੇਖਣ ਤੇ ਨਹੀਂ ਡਿਆ, ਮੈਂ ਮਾੜਾ ਵੇਖ ਰਿਹਾ। ਪਰ ਜਦੋਂ ਤੂੰ ਅੱਗਾ ਵੇਖਿਆ, ਖੱਬਾ ਵੇਖਿਆ, ਸੱਜਾ ਵੇਖਿਆ, ਅੱਗੇ ਪਿੱਛੇ ਵੇਖ, ਜੇ ਨਹੀਂ ਤੈਨੂੰ ਕੋਈ ਵੇਖ ਰਿਹਾ, ਰੱਬ ਤੇ ਤੈਨੂੰ ਵੇਖ ਹੀ ਰਿਹਾ ਹੈ ਨਾ। ਉਹ ਤੇ ਸਾਰਿਆਂ ਵਿੱਚ, ਉਹ ਤੇ ਤੇਰੇ ਵਿੱਚ ਹੀ ਬੈਠਾ ਤੈਨੂੰ ਵੇਖ ਹੀ ਰਿਹਾ ਵੀ ਤੂੰ ਕਰ ਕੀ ਰਿਹਾ ਹੈ। ਮੇਰੇ ਸਾਹਿਬ ਜੀ ਕਹਿੰਦਾ ਮੈਸੇਜ ਦਿਓ, ਕਾਬੂ ਆਏ ਮਨ। ਤੱਕੇ ਨਾਰ ਪਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਖ ਵਿਖਾਮ ਥਾਏ, ਮਿੱਠਾ ਮਦ ਮਾਣੀ। ਇਹਨੂੰ ਵਿਕਾਰਾਂ ਨੂੰ ਤੂੰ ਮਿੱਠਾ ਕਰਕੇ ਭੋਗਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ ਅਜ਼ਰਾਇਲ ਫਰਿਸ਼ਤਾ, ਅਜ਼ਰਾਇਲ ਜੰਮ, ਤਿਲ ਪੀੜੇ ਕਹਾਣੀ ਕਹੋ ਹਾਂ। ਫਿਰ ਮਨ ਨੂੰ ਇਹ ਜੇ ਮੈਸੇਜ ਦਿਓ ਹਾਂ, ਜੇ ਅੱਖਾਂ ਮਾੜਾ ਵੇਖਣ ਤਾਂ ਕਿ ਮਨ ਨੂੰ ਕਹਿ ਦਿੱਤਾ ਵੀ ਅੱਖਾਂ ਨਾਲ ਜੇ ਇਹ ਮਾੜਾ ਵੇਖ ਰਹੀਆਂ ਨੇ, ਅਜ਼ਰਾਇਲ ਨੇ ਜਮਾ ਨੇ ਐਵੇਂ ਪੀੜਨਾ ਜਿਵੇਂ ਤੇਲੀ ਤਿਲਾਂ ਨੂੰ ਪੀੜਦਾ। ਤੇ ਤੇਲੀ ਜਦੋਂ ਤਿਲਾਂ ਨੂੰ ਪੀੜਦਾ ਹੈ ਨਾ, ਉਦੋਂ ਉਹਨੂੰ ਕੋਈ ਤਰਸ ਤੁਰਸ ਨਹੀਂ ਆਉਂਦਾ। ਉਹਦਾ ਤੇ ਰੋਜ਼ ਦਾ ਕੰਮ ਹੀ ਹੈ ਵੀ ਤਿਲ ਆਉਣੇ ਤੇ ਕੋਲੂ ਛਿਪਾਉਣੇ ਤੇ ਪੀੜ ਦੇਣੇ, ਖਲ ਵੱਖਰੀ ਤੇ ਤੇਲ ਵੱਖਰਾ ਕੱਢ ਦੇਣਾ। ਉਹ ਤੇ ਜਮ ਐਵੇਂ ਪੀੜਨਗੇ ਜਿਹੜੇ ਤੇਰੇ ਅੰਦਰ ਗੁਨਾਹ ਨੇ ਨਾ। ਜਦੋਂ ਇਹ ਗੁਨਾਹਾਂ ਦਾ ਲੇਖਾ ਜੋਖਾ ਹੋਣਾ ਹੈ ਨਾ, ਇਹ ਗੁਨਾਹ ਜਿਹੜੇ ਤੇਰੇ ਨੇ ਇਹ ਐਵੇਂ ਵੱਖਰੇ ਕਰਨੇ ਨੇ ਤੇਰੇ ਨਾਲੋਂ। ਤੇਲ ਵੱਖਰੇ ਤੇ ਖਲ ਵੱਖਰੀ, ਤੇਲ ਵੱਖਰਾ ਤੇ ਖਲ ਵੱਖਰੀ ਹੋ ਜਾਏਗੀ। ਕਹਿ ਦਿਓ ਹਾਂ ਅੱਖਾਂ ਮਾੜਾ ਵੇਖਣ। ਪਰ ਗੱਲ ਕੀ ਹੈ, ਅਸੀਂ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਐਵੇਂ ਹੀ ਸਵਾਲ ਕਰਦੇ ਰਹੇ ਨੇ ਜੀ ਮਨ ਕਾਬੂ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਮਨ ਕਾਬੂ ਆਉਂਦਾ ਹੈ ਜੇ ਮਨ ਨੂੰ ਮੈਸੇਜ ਗੁਰੂ ਕੀ ਬਾਣੀ ਦਾ ਦਿਆਂਗੇ, ਬਾਣੀ ਦੀਆਂ ਸ਼ਮਕਾਂ ਮਾਰਾਂਗੇ
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭੱਟ ਕਾਲਿਆ ਸਹਾਰ ਕਹਿ ਰਹੇ ਨੇ। ਮੈਂ ਇਸ ਸ਼ਬਦ ਨੂੰ ਪੂਰਾ ਕਰਨਾ। ਗੁਰ ਸੂਰ ਦਾਤਿਆ ਤੂੰ ਬੜਾ ਸੂਰਮਾ ਹੈ, ਬੜਾ ਯੋਧਾ ਹੈ। ਆਤਮ ਤੂੰ ਮਨ ਨੂੰ ਜਿੱਤਿਆ, ਤੂੰ ਮਨ ਦੇ ਉੱਤੇ ਕਾਬੂ ਪਾਇਆ। ਤੇ ਇਹ ਦੱਸੋ ਪਾਤਸ਼ਾਹ ਕਿਵੇਂ ਪਾਇਆ? ਅੱਗੇ ਆਇਆ ਸ਼ਬਦ ਦੁਆਰਾ, ਸ਼ਬਦ ਦੇ ਰਾਹੀਂ। ਇਹ ਮਨ ਐਵੇਂ ਨਹੀਂ ਕਾਬੂ ਆਉਂਦਾ। ਭੱਟ ਕਾਲਿਆ ਸਹਾਰ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਇਸ ਮਨ ਨੂੰ ਸ਼ਬਦ ਦੁਆਰਾ ਕਾਬੂ ਕੀਤਾ ਹੈ, ਸ਼ਬਦ ਦੇ ਰਾਹੀਂ। ਇੱਥੇ ਅੱਖਰ ਸੱਸਾ ਤੇ ਬੱਬਾ ਤੇ ਦੱਦਾ 3 ਅੱਖਰ ਨੇ। ਸ਼ਬਦ ਤੇ ਐਵੇਂ ਵੀ ਬਣ ਜਾਣਾ ਸੀ, ਪਰ ਦੱਦੇ ਨੂੰ ਸਿਹਾਰੀ ਹੈ। ਇਹ ਅਰਥ ਕਰ ਰਹੀ ਹੈ ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਦੇ ਸਦਕੇ ਮਨ ਕਾਬੂ ਆਉਂਦਾ ਹੈ। ਕਈ ਵਾਰੀ ਅਸੀਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਨਾ, ਸੁਣ ਵੱਡਾ ਆਖੈ ਸਭ ਕੋਇ, ਕੇਵਡ ਵੱਡਾ ਡੀਠਾ ਹੋਏ। ਇੱਥੇ ਮੈਂ ਥੋੜਾ ਜਿਹਾ ਇਹ ਪਕੜ 'ਚ ਛੇਤੀ ਗੱਲ ਆ ਜਾਏਗੀ, ਮੈਂ ਤਾਂ ਇਸ ਗੱਲ ਨੂੰ ਕੀਤਾ। ਸੱਸੇ ਨੂੰ ਔਂਕੜ ਹੈ, ਨਾਣੇ ਨੂੰ ਸਿਹਾਰੀ ਹੈ। ਇਹਨੂੰ ਇਸ ਤਰ੍ਹਾਂ ਪੜੋ, ਸੁਣ। ਤੇ ਜਿਹੜੀ ਸਿਹਾਰੀ ਆ ਉਹ ਕਹਿੰਦੀ ਹੈ ਸੁਣ ਕੇ। ਵੱਡਾ ਆਖੈ ਸਭ ਕੋਏ, ਹਰ ਕੋਈ ਉਸ ਨੂੰ ਸੁਣ ਸੁਣਾ ਕੇ ਵੱਡਾ ਕਹਿ ਰਿਹਾ ਹੈ, ਪਰ ਕਿੱਡਾ ਕੁ ਵੱਡਾ ਹੈ ਕਿਸੇ ਨੇ ਵੇਖਿਆ ਨਹੀਂ ਹੈ। ਵੇਖਿਆ ਜਾ ਸਕਦਾ ਹੈ ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਦੁਆਰਾ, ਸ਼ਬਦ ਕਰਕੇ ਉਸ ਨੂੰ ਸਮਝਿਆ ਜਾ ਸਕਦਾ ਹੈ। ਜਿਨ੍ਹਾਂ ਨੇ ਸ਼ਬਦ ਦੁਆਰਾ ਉਸ ਨੂੰ ਸਮਝ ਲਿਆ ਹੈ ਨਾ, ਉਹ ਫਿਰ ਕਿ ਉਹਨਾਂ ਨੂੰ ਗਿਆਨ ਹੋ ਗਿਆ, ਉਹਨਾਂ ਦੇ ਅੰਦਰ ਚਾਨਣਾ ਹੋ ਗਿਆ, ਪ੍ਰਕਾਸ਼ ਹੋ ਗਿਆ। ਪਰ ਕੀ ਹੈ, ਅਸੀਂ ਵਿਸ਼ਰਾਮ ਨਹੀਂ ਲਾਉਂਦੇ, ਅਸੀਂ ਸਿੱਧੇ ਹੀ ਤੁਰੇ ਜਾਂਦੇ ਹਾਂ। ਸੁਣ ਵੱਡਾ ਆਖੈ ਸਭ ਕੋ, ਨਹੀਂ, ਸੁਣ ਵੱਡਾ ਆਖੈ ਸਭ ਕੋਏ। ਸੁਣ ਕੇ ਹਰ ਕੋਈ ਉਹਨੂੰ ਵੱਡਾ ਕਹਿੰਦਾ ਹੈ, ਪਰ ਕੇਵਡ ਵੱਡਾ ਡੀਠਾ ਹੋਏ। ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਉਹਦਾ ਕੋਈ ਅੰਤ ਹੀ ਨਹੀਂ ਹੈ। ਕਿੰਨੇ ਵੇਖਿਆ ਹੈ? ਨਹੀਂ। ਹੁਣ ਭੱਟ ਜੀ ਕਹਿੰਦੇ ਨੇ ਗੁਰ ਸੂਰ ਹਉ ਸ਼ਬਦ ਦੁਆਰਾ ਤੁਸੀਂ ਆਪਣੇ ਮਨ ਤੇ ਕਾਬੂ ਪਾਇਆ। ਤੁਸੀਂ ਬਹੁਤ ਵੱਡੇ ਸੂਰਮੇ ਹੋ, ਯੋਧੇ ਹੋ। ਹਉਮੈ ਨਿਵਾਰੇ ਹੋ। ਆ ਜਿਹੜੀ ਸਾਡੇ ਅੰਦਰ ਹਉਮੈ ਹੰਕਾਰ ਹੈ, ਨਿਰੰਕਾਰ ਤੱਕ ਨਹੀਂ ਜਾਣ ਦਿੰਦਾ। ਤੁਸੀਂ ਇਹ ਜਿਹੜੀ ਹਉਮੈ ਹੈ, ਜਿਹਨੂੰ ਰੋਜ਼ ਪੜ੍ਹਦੇ ਸੁਣਦੇ ਅਸੀਂ ਗਾਉਂਦੇ ਹਾਂ, ਹਉਮੈ ਦੀਰਘ ਰੋਗ। ਦੀਰਘ ਕਹਿੰਦੇ ਨੇ ਸਭ ਤੋਂ ਵੱਡਾ ਰੋਗ ਮਨੁੱਖ ਨੂੰ ਹਉਮੈ ਹੈ। ਜਿਹੜਾ ਹਉਮੈ ਵਾਲਾ ਹੈ ਨਾ, ਜੇ ਕਦੇ ਉਦੋਂ ਸਾਹਮਣੇ ਲੰਘ ਜਾਓ ਤੇ ਹਾਏ ਹੈਲੋ ਨਾ ਕਰੋ, ਕੁਝ ਨਾ ਕਹੋ, ਉਹਨੂੰ ਨਾ ਮਾੜਾ ਆਖੋ ਨਾ ਚੰਗਾ ਕਰੋ। ਪਰ ਉਹ ਜਿਹਦੇ ਅੰਦਰ ਹਉਮੈ ਭਰੀ ਹੈ, ਜਿਹਦੇ ਅੰਦਰ ਕੋਈ ਤਾਕਤ ਹੈਗੀ ਹੈ, ਤੇ ਮੇਰੇ ਵਰਗਾ ਮਾਤੜ ਉਦੋਂ ਅੱਗੋਂ ਲੰਘ ਜਾਏ ਨਾ ਤੇ ਉਹਨੂੰ ਜੀ ਹਜ਼ੂਰੀਆ ਨਾ ਕਰੇ, ਹਾਏ ਹੈਲੋ ਨਾ ਕਰੇ, ਤੇ ਉਹਦੇ ਅੰਦਰ ਹਉਮੈ ਦੇ ਬਲਬਲੇ ਉੱਠਣ ਲੱਗ ਪੈਂਦੇ ਨੇ। ਮੇਰੀ ਗੋਡੀ ਨਹੀਂ ਹੱਥ ਲੱਗ ਗਿਆ, ਮੈਨੂੰ ਫਤਿਹ ਨਹੀਂ ਇਹਨੇ ਬੁਲਾਈ, ਮੈਨੂੰ ਇਹ ਬੁਲਾ ਕੇ ਨਹੀਂ ਗਿਆ, ਆਪਣੇ ਆਪ ਹੀ ਸੜਨ ਲੱਗ ਪੈਂਦਾ ਹੈ। ਹਾਲਾਂਕਿ ਉਹਨੂੰ ਕੋਈ ਜਿਹੜਾ ਅੱਗੋਂ ਲੰਘ ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਆਇਆ ਸੀ ਕਿ ਨਹੀਂ। ਉਹਨੇ ਆਖਿਆ ਮੈਨੂੰ ਵੇਖਿਆ ਨਹੀਂ। ਜਿਹੜੀ ਹਉਮੈ ਹੈ ਇੰਨੀ ਪ੍ਰਬਲ ਹੈ, ਇਹ ਅੱਗ ਦੇ ਭੰਬੂਕਾਂ ਮੱਚਣ ਲੱਗ ਪੈਂਦਾ ਹੈ, ਅੱਗ ਮਲਣ ਲੱਗ ਪੈਂਦੀ ਹੈ। ਅਗਨੀ ਹੈ, ਹਉਮੈ ਸਾੜਦੀ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਸ਼ਬਦ ਦੁਆਰਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਇਸ ਹਉਮੈ ਨੂੰ ਵੀ ਦੂਰ ਕਰ ਦਿੱਤਾ ਹੈ। ਤਤੀ ਤਵੀ ਤੇ ਬੈਠੇ ਹੋ, ਤੁਹਾਡੇ ਅੰਦਰ ਹਉਮੈ ਨਹੀਂ। ਤੁਸੀਂ ਚਾਹੋ ਤੇ ਸੰਸਾਰ ਨੂੰ ਤਖਤਾ ਪਲਟ ਸਕਦੇ ਹੋ, ਪਰ ਤਤੀ ਤਵੀ ਤੇ ਬਹਿ ਕੇ ਕਹੀ ਜਾ ਰਹੇ ਹੋ ਤੇਰਾ ਕੀਆ ਮਿੱਠਾ ਲੱਗਦਾ। ਤੱਤਾ ਰੇਤਾ ਸ਼ੀਸ਼ ਵਿੱਚ ਪਵਾ ਕੇ ਕਹਿ ਰਹੇ ਹੋ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਵ ਹੋਵਣਾ। ਕਿਆ ਪੰਚਾ ਹਰ ਨਿਦ ਲਿਓ। ਇੱਥੇ ਨਿਦ ਲਿਓ ਅਸੀਂ ਨਹੀਂ ਪੜ੍ਹਦੇ, ਨਹੀਂ ਆ ਨਿਦ ਲਿਓ, ਨਹੀਂ ਨਿਦ ਲਿਓ। ਨੰਨੇ ਨੂੰ ਸਿਹਾਰੀ ਨਿਦ ਲਿਓ। ਜਿਵੇਂ ਅਸੀਂ ਨਰੰਜਨ ਪੜ੍ਹਦੇ ਹਨ, ਨਿਰਅੰਜਨ ਮਾਇਆ ਦੀ ਕਾਲਕ ਤੋਂ ਪਰੇ ਪ੍ਰਮਾਤਮਾ, ਉਹਨੂੰ ਨਿਰਅੰਜਨ ਕਿਹਾ। ਅੰਜਨ ਕਾਲਕ, ਨਿਰ ਮਾਇਆ ਦੀ ਕਾਲਕ ਤੋਂ ਪਰੇ ਪ੍ਰਮਾਤਮਾ। ਭੱਟ ਜੀ ਕਹਿੰਦੇ ਨੇ ਪੰਚਾਹਰ। ਪੰਚਾਹਰ ਤੋਂ ਭਾਵ ਹੈ ਜਿਹੜੀਆਂ 5 ਗਿਆਨ ਇੰਦਰੇ ਨੇ, ਇਹਨਾਂ ਦੇ ਉੱਤੇ ਜਿਹੜੇ ਵਿਕਾਰ ਆ ਕੇ ਅਟੈਕ ਕਰਦੇ ਨੇ, ਇਹਨਾਂ ਗਿਆਨ ਇੰਦਰੀਆਂ ਨੂੰ ਪਾਤਸ਼ਾਹ ਜੀ ਤੁਸੀਂ ਨੇ ਦਲਿਓ, ਦਲ ਦਿੱਤਾ ਹੈ। ਅਗਿਆਨਤਾ ਨੂੰ ਤੁਸੀਂ ਦਲ ਕੇ ਤੇ ਗਿਆਨ ਨੂੰ ਪ੍ਰਕਾਸ਼ ਕਰ ਦਿੱਤਾ ਹੈ। ਨੇ ਦਲਿਓ, ਨੇ ਦਲਿਓ ਦਾ ਅਰਥ ਕਰ ਦੇਂਗੇ ਅਗਿਆਨਤਾ, ਤੇ ਪੰਚਾਹਰ ਦਾ ਅਰਥ ਕਰ ਲਾਂਗੇ ਗਿਆਨ। ਗਿਆਨ ਦੇ ਰਾਹੀਂ ਤੁਸੀਂ ਅਗਿਆਨ ਨੂੰ ਦਲਿਆ।
ਗਿਆਨ ਦੇ ਰਾਹੀਂ ਤੁਸੀਂ ਅਗਿਆਨ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਸੁਨ ਸਹਿਜ ਨਿਜ ਘਰ ਸਹਾਰਿਓ। ਸੁਨ ਦੇ ਅਰਥ ਕਰਾਂ ਤੇ ਅੱਧਾ ਘੰਟਾ ਸੁਣ ਤੇ ਲੱਗ ਜਾਣਾ, ਜਿਸ ਨੂੰ ਅਸੀਂ ਕਹਿੰਦੇ ਆ ਨਾ ਅਰਬਦ ਨਰਬਦ ਧੁੰਦੂ ਕਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਅਫੁਰਵਸਥਾ ਮੀਨਸ ਪ੍ਰਮਾਤਮਾ। ਜਿਹੜਾ ਅਫੁਰਵਸਥਾ ਪ੍ਰਮਾਤਮਾ ਹੈ, ਉਸ ਮਾਲਕ ਨੂੰ ਦਾਤਿਆ ਤੂੰ ਆਪਣੇ ਹਿਰਦੇ ਘਰ ਵਿੱਚ ਟਿਕਾ ਲਿਆ ਹੈ। ਤੇ ਉਸ ਅਫੁਰਵਸਥਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਸਹਾਰ ਕੇ ਤੁਹਾਡੀ ਜਿਹੜੀ ਅਵਸਥਾ ਹੈ ਨਾ ਸਹਿਜ ਵਿੱਚ ਬਣ ਗਈ। ਸਹਿਜ ਆ ਗਿਆ। ਸਹਿਜ ਮੀਨ ਆਤਮਕ ਅਡੋਲਤਾ। ਤੁਸੀਂ ਆਤਮਕ ਅਡੋਲਤਾ ਦੇ ਵਿੱਚ ਹੋ। ਤੁਸੀਂ ਉਸ ਹਉਮੈ ਨੂੰ ਕੱਢ ਦਿੱਤਾ। ਸੁਨ ਸਹਿਜ ਨਿਜ ਘਰ। ਨਿਜ ਘਰ ਤੋਂ ਭਾਵ ਹੈ ਹਿਰਦੇ ਰੂਪੀ ਘਰ ਦੇ ਵਿੱਚ ਸਹਾਰਿਓ ਤੋਂ ਭਾਵ ਹੈ ਪਰਮਾਤਮਾ ਉਸ ਮਾਲਕ ਨੂੰ ਆਪਣੇ ਅੰਦਰ ਟਿਕਾਇਆ ਹੈ, ਆਪਣੇ ਅੰਦਰ ਉਸ ਦੀ ਥਾਂ ਬਣਾਈ ਹੈ। ਹਰ ਨਾਮ ਲਾਗ ਜਗ ਉਸ ਉਧਾਰਿਓ। ਹਰ ਨਾਮ ਵਿੱਚ ਆਪ ਜੁੜ ਕੇ ਤੇ ਦੁਨਿਆਵੀ ਲੋਕਾਂ ਨੂੰ ਜੋੜ ਕੇ ਆਪ ਹਰ ਨਾਮ ਵਿੱਚ ਜੁੜੇ ਹੋ। ਹਰ ਨਾਮ ਲਾਗ ਜਗ ਉਧਰਿਓ। ਜਗ ਉਧਰਿਓ ਤੋਂ ਭਾਵ ਹੈ ਸੰਸਾਰ ਦਾ ਉਧਾਰ ਕੀਤਾ ਹੈ। ਆਪ ਜੁੜੇ ਹੋ ਤੇ ਸੰਸਾਰ ਨੂੰ ਜੋੜਿਆ ਹੈ। ਸਤਿਗੁਰ ਹਿਰਦੈ ਬਸਾਇਓ। ਤੁਸੀਂ ਹਿਰਦੇ ਵਿੱਚ ਪਰਮਾਤਮਾ ਨੂੰ ਵਸਾਇਆ ਹੈ। ਗੁਰ ਅਰਜਨ ਕਲ ਉਚਰੈ ਤੈਂ ਜਨ ਕਹਿ ਕਲਸ਼ ਦੀ ਪਾਇਓ। ਕਲਸ਼ ਜਿਹੜੇ ਮੰਦਰਾਂ ਦੇ ਧਾਰਮਿਕ ਅਸਥਾਨਾਂ ਦੇ ਉੱਤੇ ਗੋਲ ਬਰਤਨ ਤੇ ਲਮੇਰਾ ਜਿਹਾ ਬਣਿਆ ਹੁੰਦਾ ਹੈ, ਉਹਨੂੰ ਕਲਸ਼ ਸੰਸਕ੍ਰਿਤ ਵਿੱਚ ਕਹਿੰਦੇ ਨੇ, ਪੰਜਾਬੀ 'ਚ ਅਸੀਂ ਕਲਸ਼ ਕਹਿ ਦਿੰਦੇ ਹਾਂ। ਤੇ ਉਹ ਜਿਹੜਾ ਕਲਸ਼ ਹੈ ਨਾ ਉਹ ਦੋਰੋਂ ਚਮਕਦਾ। ਉਹ ਧਾਰਮਿਕ ਨਿਸ਼ਾਨ ਦੀ ਨਿਸ਼ਾਨੀ ਹੈ। ਉਹ ਦੋਰੋਂ ਚਮਕਦੀ ਹੈ, ਉਹ ਦੋਰੋਂ ਦਿਸਦੀ ਹੈ। ਤੇ ਭੱਟ ਕਾਲਿਆ ਸਹਾਰ ਕਹਿੰਦੇ ਨੇ ਦਾਤਿਆ ਤੁਹਾਡਾ ਜਿਹੜਾ ਗਿਆਨ ਦਾ ਕਲਸ਼ ਹੈ ਉਹ ਦੂਰ ਦੂਰ ਤੱਕ ਚਮਕ ਰਿਹਾ ਹੈ। ਉਹ ਗਿਆਨ ਦਾ ਕਲਸ਼, ਗਿਆਨ ਦਾ ਪ੍ਰਕਾਸ਼ ਅੰਧਕਾਰ ਨੂੰ ਮਿਟਾ ਰਿਹਾ। ਵੇਖੋ ਜਦੋਂ ਉਸ ਕਲਸ਼ ਦੇ ਉੱਤੇ ਲਾਈਟ ਪੈਂਦੀ ਹੈ ਤੇ ਉਹਦੇ ਵਿੱਚ ਚਮਕਾਂ ਨਿਕਲਦੀਆਂ ਨੇ। ਦਾਤਿਆ ਤੇਰਾ ਜਿਹੜਾ ਗਿਆਨ ਦਾ ਪ੍ਰਕਾਸ਼ ਹੈ ਉਹ ਸਾਰੇ ਸੰਸਾਰ ਦੇ ਵਿੱਚ ਫੈਲਿਆ ਪਿਆ ਹੈ। ਤੈਂ ਜਨ ਕਹਿ ਕਲਸ਼ ਦੇ ਪਾਇਓ ਗੁਰ ਅਰਜਨ ਕੱਲ ਉਚਰੈ। ਤੇ ਕੱਲ ਉਚਰੈ ਦਾ ਮੈਂ ਮਾੜਾ ਜਿਹਾ ਕਹਿ ਕੇ ਸਮਾਪਤੀ ਕਰਦਾ। ਅਸੀਂ ਕੱਲ ਉਚਰੈ ਨਹੀਂ ਪੜ੍ਹਦੇ, ਕੱਲ ਚਰੈ ਪੜ੍ਹਦੇ ਹਾਂ। ਕਾਲਿਆ ਇੱਕ ਭੱਟ ਦਾ ਨਾਂ ਹੈ ਤੇ ਉਚਰੈ ਉਹ ਮੂੰਹ ਤੋਂ ਉਚਾਰਨ ਕਰਦਾ ਹੈ। ਕਈ ਵਾਰੀ ਇਹਦਾ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਜੀ। ਮੈਨੂੰ ਕਿਸੇ ਨੇ ਸਵਾਲ ਕੀਤਾ ਜੀ ਕਾਲਿਆ ਚਰੈ ਹੈ, ਚੱਚਾ ਤੇ ਰਾਰਾ ਫਿਰ ਦੁਲਾਵਾਂ, ਚਰਿਆ ਵੱਖਰਿਆ, ਕੱਲ ਚਰਿਆ ਬਣ ਗਿਆ ਫਿਰ ਤਾਂ ਜੀ। ਪਰ ਇੱਕ ਵੇਖੋ ਥੱਲੇ ਊੜੇ ਦਾ ਜਿਹੜਾ ਮਾਤਰਾ ਹੈ ਔਂਕੜ ਲੱਗਾ ਹੋਇਆ। ਜਦੋਂ ਜਿੰਨੇ ਵੀ ਆਪਾਂ ਬੈਠ ਕੇ ਪਾਠ ਸੁਣਦੇ ਪਏ ਆ ਜਾਂ ਕਰਦੇ ਪਏ ਆ, ਜਿਹੜੇ ਪੜ੍ਹਦੇ ਹੋ ਨਾ ਪਾਠ, ਇਸ ਨੂੰ ਜਰਾ ਧਿਆਨ ਨਾਲ ਵੇਖਿਆ ਜੇ। ਕੱਕਾ ਤੇ ਲੱਲਾ ਪੈਰ ਥੱਲੇ ਅੱਧਾ ਐੜਾ ਏ ਤੇ ਥੱਲੇ ਔਂਕੜ ਲੱਗਾ ਹੋਇਆ ਹੈ। ਤੇ ਉਹ ਔਂਕੜ ਜਿਹੜਾ ਊੜੇ ਦੀ ਆਵਾਜ਼ ਦੇ ਰਿਹਾ, ਕਹਿੰਦਾ ਕਾਲਿਆ ਉਚਰੈ। ਇਹ ਜਿਹੜਾ ਪਾਠ ਹੈ ਸਾਨੂੰ ਐਵੇਂ ਕਰਨਾ ਚਾਹੀਦਾ ਹੈ। ਮੇਰੀਆਂ ਭੁੱਲਾਂ ਨਾ ਚਤਾਰਿਆ ਜੇ। ਇਹ ਭੱਟ ਕਾਲਿਆ ਸਹਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਸਤਤ ਕਰ ਰਹੇ ਨੇ। ਆਪਾਂ ਭੱਟ ਕਾਲਿਆ ਸਹਾਰ ਕਿਵੇਂ ਉਸਤਤ ਕਰਦੇ ਨੇ, ਇਸੇ ਹੀ ਸ਼ਬਦ ਨੂੰ ਅਗਲੇ ਨੂੰ ਆਧਾਰ ਬਣਾ ਕੇ ਕੱਲ ਦੀ ਵਿਚਾਰ ਕਰਾਂਗੇ। ਕੱਲ ਨਾਮ ਕਾਲ ਦਾ ਹੈ। ਜਿਵੇਂ ਅੱਜ ਸਤਿਗੁਰੂ ਜੀ ਲੈ ਕੇ ਆਏ ਹੋ, ਇਸੇ ਤਰ੍ਹਾਂ ਕੱਲ ਵੀ ਲੈ ਕੇ ਆਉਣਾ। ਸੁਣਨ ਅਤੇ ਸੁਣਾਉਣ ਦੀ ਸਮਰੱਥਾ ਆਪ ਦੇਣੀ। ਮੇਰੀਆਂ ਭੁੱਲਾਂ ਨਾ ਚਤਾਰਨੀਆਂ। ਰਸਨਾ ਨੂੰ ਸਫਲਾ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।